ਭਰਿਆ ਗੁਨਾਹਾਂ ਦਾ ਮੈਂ ਪਹਿਲਾਂ ਹੀ ਬਥੇਰਾ ਹਾਂ, ਭਰਿਆ ਗੁਨਾਹਾਂ ਦਾ ਮੈਂ ਪਹਿਲਾਂ ਹੀ ਬਥੇਰਾ ਹਾਂ। बख्श लो वो दाता तेरे हो, बख्श लो वो दाता तेरे दर दा ही तेरा, बख्श लो वो दाता तेरे दर दा ही तेरा। ਲੋਕੀ ਕਹਿਣ ਮੈਨੂੰ, ਲੱਖ ਲੋਕੀ ਕਹਿਣ ਮੈਨੂੰ, ਲੱਖ ਲੋਕੀ ਕਹਿਣ ਮੈਨੂੰ ਸਦਨਾ ਕਸਾਈ ਸਾਰੇ। ਹਾਂ ਲੱਖ ਲੋਕੀ ਕਹਿਣ ਮੈਨੂੰ, ਲੱਖ ਲੋਕੀ ਕਹਿਣ ਮੈਨੂੰ ਸਦਨਾ ਕਸਾਈ ਸਾਰੇ। ਲਾਜ ਰੱਖੀ ਦਾਤਾ ਮੇਰੀ ਹੋ, लाज रखी दाता मेरी बंदा ता मैं तेरा हाँ, लाज रखी दाता मेरी बंदा ता मैं तेरा हाँ। कर हाँ नाम विच रंगे होए, नाम विच रंगे होए भगतां दी शोभा कर। हाँ पारसमणी छड्ड कानू हो, पारसमणी छड्ड कानू कर मेरा मेरा।
ਪਾਰਸਮਣੀ ਛੱਡ ਕਾਨੂੰ ਕਰ ਮੇਰਾ ਮੇਰਾ ਪਾਰਸਮਣੀ ਛੱਡ ਕਾਨੂੰ ਕਰ ਮੇਰਾ ਮੇਰਾ ਨਾ ਹੀ ਕੋਈ ਹਸਤੀ ਨਾ ਹੀ ਕੋਈ ਔਕਾਤ ਮੇਰੀ, ਭਰਿਆ ਗੁਨਾਹਾਂ ਦਾ ਮੈਂ ਪਹਿਲਾਂ ਹੀ ਬਥੇਰਾ ਹਾਂ। ਹਮ ਅਵਗੁਣ ਭਰੇ ਏਕ ਗੁਣ ਨਹੀਂ, ਭਰਿਆ ਗੁਨਾਹਾਂ ਦਾ ਮੈਂ ਪਹਿਲਾਂ ਹੀ ਬਥੇਰਾ ਹਾਂ। ਚਰਨਾਂ 'ਚ ਤੇਰੇ ਹੱਥ ਜੋੜ ਕਰਾਂ ਜੋਦੜੀ ਮੈਂ, ਬਖਸ਼ ਲਵੋ ਦਾਤਾ ਤੇਰੇ ਦਰ ਦਾ ਹੀ ਚਿਹਰਾ ਹਾਂ। ਲੱਖ ਲੋਕੀ ਕਹਿਣ ਮੈਨੂੰ ਸਦਨਾ ਕਸਾਈ ਸਾਰੇ, ਲਾਜ ਰੱਖੀ ਦਾਤਾ ਮੇਰੀ, ਮੈਂ ਬੰਦਾ ਤਾਂ ਮੈਂ ਤੇਰਾ ਹਾਂ। ਨਾਮ ਵਿੱਚ ਰੰਗੇ ਹੋਏ ਭਗਤਾਂ ਦੀ ਸੋਭਾ ਕਰ, ਪਾਰਸਮਣੀ ਛੱਡ ਕਾਨੂੰ ਕਰੇ ਮੇਰਾ ਮੇਰਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ। ਮੈਂ ਨਾਹੀਂ ਕਿਛ ਹੋ ਨਾਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾਂ ਰਾਖ ਲੈ ਹੋ ਸਦਨਾ ਜਨ ਤੋਰਾ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਜੁੜ ਕੇ ਬੈਠੀ ਸਤਿਕਾਰਯੋਗ ਗੁਰੂ ਕੀ ਸੰਗਤ ਜੀ ਰਸਨਾ ਪਵਿੱਤਰ ਕਰਿਓ, ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਸ਼ਾਮ ਦੇ ਦੀਵਾਨਾਂ ਦੇ ਅੰਦਰ ਇਸ ਹਫ਼ਤੇ ਦੀ ਇਸ ਵੀਕ ਦੀ ਪਹਿਲੀ ਹਾਜ਼ਰੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਬਚਨ ਹੈ, ਹਰ ਜੀਓ ਹਰੀ ਪਰਮ ਪੁਰਖ ਪਰਮਾਤਮਾ ਜਿਹੜਾ ਭਗਤਾਂ ਦੀ ਪੈਦ ਰੱਖਦਾ ਆਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਏ 15 ਭਗਤਾਂ ਦੇ ਵਿੱਚੋਂ ਇੱਕ ਭਗਤ ਜੀ ਦਾ ਜੀਵਨ ਆਰੰਭ ਕਰਦਾ ਹਾਂ। ਆਗਿਆ ਬਖਸ਼ਿਸ਼ ਕਰੋ, ਢਾਡੀ ਜਥੇ ਦੀ ਹਾਜ਼ਰੀ ਦਰ ਪ੍ਰਵਾਨ ਕਰਿਆ ਜੇ। ਚੜ੍ਹਦੀ ਕਲਾ ਵਿੱਚ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਬਿਲਾਵਲ ਰਾਗ ਦੇ ਵਿੱਚ ਇੱਕ ਪਾਵਨ ਪਵਿੱਤਰ ਸ਼ਬਦ ਦਰਜ ਹੈ। ਨ੍ਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸੁਆਰਥੀ ਵਾਕੀ ਪੈਜ ਸਵਾਰੀ। ਇਹ ਸ਼ਬਦ ਕਿਹਨਾਂ ਨੇ ਉਚਾਰਨ ਕੀਤਾ? ਮੱਧਕਾਲੀਨ ਭਾਰਤ ਦੇ ਅੰਦਰ ਇੱਕ ਭਗਤੀ ਲਹਿਰ ਯੁੱਗ ਦਾ ਆਰੰਭ ਹੋਇਆ। ਉਹ ਭਗਤੀ ਲਹਿਰ ਇਸ ਕਰਕੇ ਜਨਮ ਲੈ ਕੇ ਪੈਦਾ ਹੋਈ, ਉਹ ਭਗਤੀ ਲਹਿਰ ਦਾ ਆਰੰਭ ਇਸ ਕਾਰਨ ਕਰਕੇ ਹੋਇਆ ਕਿਉਂਕਿ ਭਾਰਤ ਦੇ ਅੰਦਰ ਵਰਨ ਵੰਡ ਚੱਲ ਪਿਆ। ਵਰਗ ਵੰਡ ਪੂਰੀ ਦੁਨੀਆ 'ਚ ਹੈ, ਵਰਗ ਵੰਡ ਦੁਨੀਆ 'ਚ ਹੈ। ਅਮੀਰ ਵਰਗ ਹੈ, ਗਰੀਬ ਵਰਗ ਹੈ, ਮੱਧ ਵਰਗ ਹੈ। ਇਹ ਤਾਂ ਪੂਰੀ ਦੁਨੀਆ 'ਚ ਹੋਵੇਗਾ, ਇੱਕ ਪਿੰਡ 'ਚ ਹੋਵੇਗਾ, ਇੱਕ ਮਹੱਲੇ 'ਚ ਹੋਵੇਗਾ। ਗਰੀਬ ਤੋਂ ਗਰੀਬ ਵੀ ਹੋਵੇਗਾ, ਅਮੀਰ ਤੋਂ ਅਮੀਰ ਵੀ ਹੋਵੇਗਾ, ਵਿਚਕਾਰਲਾ ਮੇਲ ਵੀ ਹੋਵੇਗਾ। ਵਰਨ ਵੰਡ ਦੁਨੀਆ ਵਿੱਚ ਕਿਤੇ ਨਹੀਂ ਸਿਵਾਏ ਭਾਰਤ ਤੋਂ। ਖੱਤਰੀ ਬ੍ਰਾਹਮਣ ਸੂਦ ਵੈਸ਼। ਮੇਰੇ ਮਾਲਕ ਜੀ ਨੇ ਆਖਿਆ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ, ਵੀ ਇਹ ਉਪਦੇਸ਼ ਤੇ ਸਾਰਿਆਂ ਦੇ ਵਾਸਤੇ ਸਾਂਝਾ ਹੈ। ਕੋਈ ਸ਼ੂਦਰ ਹੋਵੇ, ਵੈਸ਼ ਹੋਵੇ, ਭਾਵੇਂ ਖੱਤਰੀ ਹੋਵੇ ਤੇ ਭਾਵੇਂ ਆਪਣੇ ਆਪ ਨੂੰ ਬ੍ਰਾਹਮਣ ਮੰਨਣ ਵਾਲਾ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਜਿਹੜਾ ਪਰਮਾਤਮਾ ਦੀ ਪਹਿਚਾਨ ਕਰਦਾ ਹੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਅਸੀਂ ਤੇ ਬ੍ਰਾਹਮਣ ਉਹਨੂੰ ਕਹਿੰਦੇ ਆ ਜਿਹੜਾ ਪਾਰ ਬ੍ਰਹਮ ਦੀ ਪਛਾਣ ਕਰ ਲਵੇ। ਜਿਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧਿਤ ਭੱਟ ਸਹਿਬਾਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਰਦੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਬੇਸ਼ੱਕ ਬਾਹਮਣ ਨੇ ਆਪਣੇ ਆਪ ਨੂੰ ਸੰਸਾਰ ਦਾ ਗੁਰੂ ਅਨਾਉਂਸ ਕੀਤਾ, ਭਗਤਾਂ ਨੇ ਠੋਕਰ ਮਾਰ ਕੇ ਪਾਸੇ ਕਰ ਦਿੱਤਾ। ਬਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰਨਾ ਹੈ। ਇਹ ਭਗਤੀ ਲਹਿਰ ਉਸ ਵਕਤ ਜ਼ੋਰ ਫੜ ਗਈ ਕਾਰਨ ਕਿ ਕਈ ਲੋਕ ਨਫ਼ਰਤ ਦਾ ਸ਼ਿਕਾਰ ਹੋਏ, ਕਈ ਲੋਕ ਉਹਨਾਂ ਦੀ ਮਾਰ ਦਾ ਸ਼ਿਕਾਰ ਹੋਏ। ਗੁੱਸੇ ਦੀ ਝਾਲ ਹੈ ਨਾ, ਸਾਡਾ ਬਾਪ ਸਾਡੇ ਤੇ ਗੁੱਸਾ ਕਰਦਾ, ਸਾਡਾ ਬੇਟਾ ਵੀ ਸਾਡੇ ਤੇ ਗੁੱਸਾ ਕਰਦਾ, ਧੀ ਵੀ ਸਾਡੇ ਨਾਲ ਗੁੱਸੇ ਹੋ ਜਾਂਦੀ ਹੈ, ਬਾਪ ਮਾਂ ਇੱਕ ਦੂਜੇ ਨਾਲ ਗੁੱਸੇ ਹੋ ਜਾਂਦੇ ਨੇ। ਗੁੱਸੇ ਹੋ ਜਾਣਾ ਘੜੀ ਪਲ ਦਾ ਮੇਲਾ ਹੁੰਦਾ, ਮੁੜ ਕੇ ਫਿਰ ਪਿਆਰ ਬਣਦਾ। ਜਿਹੜਾ ਬੰਦਾ ਕਿਸੇ ਦੀ ਨਫ਼ਰਤ ਦਾ ਸ਼ਿਕਾਰ ਹੋ ਜਾਏ ਨਾ, ਉਹ ਕਦੇ ਮਿਲਾਪ ਨਹੀਂ ਉਹਨਾਂ ਦਾ ਹੋਵੇਗਾ ਜਿਨ੍ਹਾਂ ਦੇ ਅੰਦਰ ਨਫ਼ਰਤ ਪੈਦਾ ਹੋਵੇ। ਗੁੱਸੇ ਦਾ ਇਲਾਜ ਹੈ, ਨਾਰਾਜ਼ਗੀ ਦਾ ਇਲਾਜ ਹੈ, ਉਦਾਸੀ ਦਾ ਇਲਾਜ ਹੈ, ਨਫ਼ਰਤ ਦਾ ਇਲਾਜ ਨਹੀਂ। ਸਕੇ ਦੋ ਭਰਾਵਾਂ ਦੇ ਵਿੱਚ ਜਦੋਂ ਨਫ਼ਰਤ ਖੜੀ ਹੋ ਜਾਂਦੀ ਹੈ, ਇੱਕ ਦੂਜੇ ਦੇ ਕਤਲ ਹੋ ਜਾਂਦੇ ਨੇ। ਗੁੱਸੇ ਹੋਣ, ਪਲਕ ਝਲਕੇ ਇੱਕ ਦੂਜੇ ਨੂੰ ਦੁੱਖ ਆਵੇ ਤੇ
ਰਾਜੀ ਵੀ ਹੋ ਜਾਂਦੇ ਨੇ। ਨਫ਼ਰਤ ਬਹੁਤ ਮਾੜੀ ਚੀਜ਼ ਹੈ। ਜਿਹੜੇ ਸ਼ੂਦਰ ਸ਼੍ਰੇਣੀ ਦੇ ਵਿੱਚ ਆਏ, ਜਿਨ੍ਹਾਂ ਨੂੰ ਨੀਚ ਆਖਿਆ ਗਿਆ, ਉਹਨਾਂ ਦੇ ਵਿੱਚੋਂ ਭਗਤੀ ਲਹਿਰ ਫਿਰ ਪੈਦਾ ਹੋਈ। ਭਾਵੇਂ ਕਿ ਭਗਤ ਰਵਿਦਾਸ ਜੀ ਦੀ ਗੱਲ ਕਰ ਲਈਏ, ਭਗਤ ਸਦਨਾ ਸਾਹਿਬ ਜੀ ਦੀ ਗੱਲ ਕਰ ਲਈਏ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਯਾਰ, ਕਬੀਰ ਜਾਤ ਜੁਲਾ ਕਿਆ ਕਰੇ। ਜੇਕਰ ਜੁਲਾਹੇ ਜਾਤ ਦੀ ਗੱਲ ਕਰੀਏ ਤੇ ਭਗਤ ਕਬੀਰ ਸਾਹਿਬ ਨੇ ਵੀ ਆਖਿਆ ਕਿ ਇਹ ਲੋਕ ਗਲਤ ਕਰਦੇ ਨੇ। ਮੇਰੇ ਮਾਲਕ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ 15 ਭਗਤਾਂ ਦੇ ਵਿੱਚੋਂ ਜਿਨ੍ਹਾਂ ਨੇ ਇਹ ਬਚਨ ਕੀਤਾ, ਮੈਂ ਨਾਹੀ ਕਿ ਛਹਾਓ ਨਾਹੀ ਕਾ ਛਾਹੇ ਨਾ ਮੋਰਾ, ਔਸਰ ਲੱਜਾ ਰਾਖ ਲੈ ਹੋ ਸਦਨਾ ਜਨ ਤੋਰਾ, ਉਹਨਾਂ ਭਗਤ ਜੀ ਦੇ ਪਿੰਡ ਪ੍ਰਾਂਤ ਦੇ ਦਰਸ਼ਨ ਕਰਨ ਦਾ ਯਤਨ ਕਰੀਏ। ਆਓ ਪ੍ਰਸੰਗ ਆਰੰਭ ਕਰਦਾ ਹਾਂ। ਢਾਡੀ ਜਥਾ ਬੈਂਤ ਛੰਦ ਰਾਹੀਂ ਦਾਸ ਦੀ ਕਲਮ ਤੋਂ ਉਕਰਿਆ ਹੋਇਆ ਬੈਂਤ ਢਾਡੀ ਕਲਾ ਦੇ ਵਿੱਚ ਇਸ ਨੂੰ ਅੰਗ ਦਾ ਜਾਂ ਪੱਕਾ ਬੈਂਤ ਆਖਿਆ ਜਾਂਦਾ ਹੈ। ਸੁਣੀਓ ਪਿਆਰ ਦੇ ਨਾਲ ਢਾਡੀ ਜਥਾ ਬੇਨਤੀ ਆਇਓ ਕਰਦਾ ਜੀ। ਸਨ 1180 ਸਿੰਧ ਪ੍ਰਾਂਤ ਸੁਣਿਆ, 1180 ਸਿੰਧ ਪ੍ਰਾਂਤ ਸੁਣਿਆ, ਪਿੰਡ ਸੇਹਵਾ ਭਗਤ ਜੀ ਚਰਨ ਪਾਏ। ਸਨ 1180 ਸਿੰਧ ਪ੍ਰਾਂਤ ਸੁਣਿਆ, ਪਿੰਡ ਸੇਹਵਾ ਭਗਤ ਜੀ ਚਰਨ ਪਾਏ। ਨਾਮ ਰੱਖਿਆ ਮਾਪਿਆਂ ਸਦਨਾ ਹੈ, ਸੋਹਣੇ ਪੁੱਤਰ, ਸੋਹਣੇ ਪੁੱਤਰ, ਸੋਹਣੇ ਪੁੱਤਰ ਨੇ ਵੱਡੇ ਭਾਗ ਲਾਏ। ਨਾਮ ਰੱਖਿਆ ਮਾਪਿਆਂ ਸਦਨਾ ਹੈ, ਸੋਹਣੇ ਪੁੱਤਰ ਨੇ ਵੱਡੇ ਭਾਗ ਲਾਏ। ਅੱਲਾ ਪਾਕ ਦਾ ਸਾਰਿਆਂ ਸ਼ੁਕਰ ਕੀਤਾ, ਵੇੜੇ ਖੁਸ਼ੀ ਆਈ ਸ਼ੁਭ ਗੀਤ ਗਾਏ। ਅੱਲਾ ਪਾਕ ਦਾ ਸਾਰਿਆਂ ਸ਼ੁਕਰ ਕੀਤਾ, ਵੇੜੇ ਖੁਸ਼ੀ ਆਈ ਸ਼ੁਭ ਗੀਤ ਗਾਏ। ਕੋਈ ਜਾਣੇ ਨਾ ਬਲਕ ਦਾ ਤੇਜ ਵੱਡਾ, ਸਮਝ ਉਸ ਦੀ, ਸਮਝ ਉਸ ਦੀ, ਸਮਝ ਉਸ ਦੀ, ਕੋਈ ਨਾ ਰਜਾ ਪਾਏ। ਕੋਈ ਜਾਣੇ ਨਾ ਬਾਲਕ ਦਾ ਤੇਜ ਵੱਡਾ, ਸਮਝ ਉਸ ਦੀ, ਕੋਈ ਨਾ ਰਜਾ ਪਾਏ। ਕੋਈ ਕੁੱਲੀਆਂ ਦੇ ਵਿੱਚ ਹੋਣ ਪੈਦਾ, ਕਈਆਂ ਮਹਿਲ, ਕਈਆਂ ਮਹਿਲ, ਕਈਆਂ ਮਹਿਲ ਨਾ ਇੱਥੇ ਰਾਸ ਆਏ।
ਸਨ 1180 ਸਿੰਧ ਪ੍ਰਾਂਤ ਸੁਣਿਆ, ਪਿੰਡ ਸੇਹਵਾ ਭਗਤ ਜੀ ਚਰਨ ਪਾਏ, ਨਾਮ ਰਖਿਆ ਮਾਪਿਆਂ ਸਦਨਾ ਹੈ, ਸੋਹਣੇ ਪੁੱਤਰ ਨੇ ਵੱਡੇ ਭਾਗ ਲਾਏ। ਅੱਲਾ ਪਾਕ ਦਾ ਸਾਰਿਆਂ ਸ਼ੁਕਰ ਕੀਤਾ, ਵੇੜੇ ਖੁਸ਼ੀ ਆਈ ਸਭ ਗੀਤ ਗਾਏ। ਕੋਈ ਜਾਣੇ ਨਾ ਬਾਲਕ ਦਾ ਤੇਜ ਵੱਡਾ, ਸਮਝੋ ਉਸ ਦੀ ਕੋਈ ਨਾ ਰਜਾ ਪਾਏ। ਕੋਈ ਕੁੱਲੀਆਂ ਦੇ ਵਿੱਚ ਹੋਣ ਪੈਦਾ, ਕਈਆਂ ਮਹਿਲ ਨਾ ਇੱਥੇ ਰਾਸ ਆਏ। ਕੋਈ ਕੁੱਲੀਆਂ ਦੇ ਵਿੱਚ ਹੋਣ ਪੈਦਾ, ਕਈਆਂ ਮਹਿਲ ਨਾ ਇੱਥੇ ਰਾਸ ਆਏ। ਪਾਰਸ ਮਣੀ ਗੁਮਨਾਮ ਘਰਾਣਿਆਂ ਦੇ ਜੁਗਾਂ ਤੀਕਰਾਂ ਰਹਿੰਦੇ ਨੇ ਮਰਦ ਸ਼ਾਏ। ਗੁਮਨਾਮ ਘਰਾਣਿਆਂ ਦੇ ਵਿੱਚੋਂ ਅਕਸਰ ਉਹ ਹਸਤੀਆਂ ਪੈਦਾ ਹੋਈਆਂ। ਇਬਰਾਹਿਮ ਲਿੰਕਨ, ਨੈਪੋਲੀਅਨ ਬੋਨਾਪਾਰਟ ਦੀ ਦੁਨੀਆ ਗੱਲ ਕਰਦੀ ਹੈ। ਸਰਦਾਰ ਹਰੀ ਸਿੰਘ ਨਲੂਆ ਗੁਮਨਾਮ ਘਰਾਣਿਆਂ ਦੇ। ਆਪਾਂ ਲੰਡਨ ਵਿੱਚ ਬੈਠੇ ਹਾਂ। ਸਭ ਤੋਂ ਵੱਡੀ ਬਾਤ, ਤਾਜ਼ੀ ਬਾਤ ਹੈ, ਦੂਰ ਦੀ ਗੱਲ ਨਹੀਂ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਪਰ ਉਸ ਮਰਦ ਦਾ ਉਹ ਸੁਨਾਮ ਗੁਮਨਾਮ ਸੀ, ਸਰਦਾਰ ਊਧਮ ਸਿੰਘ। 21 ਸਾਲਾਂ ਬਾਅਦ ਵੀ ਉਹ ਲੰਡਨ ਦੇ ਵਿੱਚ ਪਹੁੰਚ ਕੇ ਪੰਜਾਬੀਆਂ ਦੀ, ਭਾਰਤੀਆਂ ਦੀ ਇੱਜ਼ਤ ਦਾ, ਡਿੱਗੀ ਹੋਈ ਪੱਗ ਦਾ ਉਹ ਬਦਲਾ ਲੈ ਗਿਆ। ਗੁਮਨਾਮ ਘਰਾਣਾ। ਇਹ ਮੈਂ ਤਾਂ ਲਿਖਣ ਦਾ ਯਤਨ ਕੀਤਾ, ਕੋਈ ਕੁੱਲੀਆਂ ਦੇ ਵਿੱਚ ਹੋਣ ਪੈਦਾ, ਕਈਆਂ ਮਹਿਲ ਨਾ ਇੱਥੇ ਰਾਸ ਆਏ। ਕਈ ਤੇ ਕੁੱਲੀਆਂ ਵਿੱਚ ਪੈਦਾ ਹੋਏ, ਉਹਨਾਂ ਰੱਬ ਦੀ ਇਬਾਦਤ ਕੀਤੀ, ਰਹਿੰਦੀ ਦੁਨੀਆ ਤੱਕ ਉਹ ਪੂਜੇ ਗਏ। ਕਈ ਇੱਥੇ ਮਹਿਲਾਂ ਵਾਲੇ ਵੀ ਉਜੜੇ ਵੇਖੇ। ਮਹਿਲਾਂ ਵਾਲਾ ਤਾਂ ਸਾਡਾ ਆਪਣਾ ਪਰਿਵਾਰ ਵੀ ਉਜੜਿਆ ਨਾ। ਅਸੀਂ ਆਪ ਰਾਜ ਘਰਾਣੇ ਦੇ ਮਾਲਕ ਸਾਂ, ਪਰ ਸਾਡਾ ਹਾਲ ਕੀ ਹੋਇਆ ਸਾਰਿਆਂ ਦੇ ਸਾਹਮਣੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ, ਕੰਵਰ ਕਸ਼ਮੀਰਾ ਸਿੰਘ ਦਾ ਪੁੱਤਰ, ਇੱਕ ਕੁੱਲੀ ਦੇ ਵਿੱਚ ਪੈਦਾ ਹੋਇਆ। ਘੜੀ ਪਲ ਦੀ ਖੁਸ਼ੀ ਦੇ ਕੇ ਫਿਰ ਉਸੇ ਹੀ ਰਾਵੀ ਦੇ ਕਿਨਾਰੇ ਕੁੱਲੀ ਸੀ ਉਸ ਮਲਾਹ ਦੀ, ਉੱਥੇ ਪੈਦਾ ਹੋਇਆ। ਬਿਨਾਂ ਖੱਫਣ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਰਾਵੀ ਦੇ ਵਿੱਚ ਰੋੜ ਦਿੱਤਾ ਗਿਆ। ਇੱਥੇ ਮਹਿਲ ਵੀ ਕਈਆਂ ਨੂੰ ਰਾਸ ਨਹੀਂ ਆਏ। ਅੱਜ ਮੈਂ ਕੁੱਲੀ ਤੋਂ ਬਾਤ ਆਰੰਭ ਕੀਤੀ ਹੈ, ਇਸੇ ਹੀ ਹਫ਼ਤੇ ਦੇ ਅੰਦਰ ਅੰਦਰ ਮਹਿਲ ਦੀ ਬਾਤ ਵੀ ਕਰਾਂਗਾ। ਗਿਆਨੀ ਜਰਨੈਲ ਸਿੰਘ ਜੀ ਸਭਰਾਂ ਵਾਲੇ ਕਵੀਸ਼ਰੀ ਦੇ ਜਰਨੈਲ, ਉਹਨਾਂ ਨੇ ਆਪਣੇ ਜੀਵਨ ਦੀ ਕਿਤਾਬ ਲਿਖੀ ਕੁੱਲੀ ਤੋਂ ਕੈਨੇਡਾ ਤੱਕ। ਇਸ ਪ੍ਰਸੰਗ ਦੋ ਭਗਤਾਂ ਦਾ ਜੀਵਨ ਤੁਹਾਡੇ ਸਨਮੁਖ ਰੱਖਣ ਦਾ ਯਤਨ ਕਰਾਂਗਾ, ਕੁੱਲੀ ਤੋਂ ਭਗਤੀ ਤੱਕ ਤੇ ਮਹਿਲ ਛੱਡ ਕੇ ਭਗਤੀ ਤੱਕ, ਕਿਉਂਕਿ ਇੱਥੇ ਮਹਿਲਾਂ ਵਿੱਚੋਂ ਵੀ ਰਾਜਾ ਜਨਕ ਪੈਦਾ ਹੋਇਆ। ਮਹਿਲਾਂ ਦੇ ਵਿੱਚੋਂ ਰਾਜਾ ਭਗਤ ਪੀਪਾ ਸਾਹਿਬ ਜੀ ਵੀ ਆਏ ਤੇ ਇੱਥੇ ਕੁੱਲੀਆਂ ਚੋਂ ਵੀ ਆਏ। ਖੈਰ ਇੱਕ ਵਾਰ ਸਾਰੀ ਸੰਗਤ ਧਿਆਨ ਫਿਰ ਇਕਾਗਰ ਕਰਦੇ ਹਾਂ। ਸਰਬੱਤ ਦੇ ਭਲੇ ਵਾਸਤੇ ਆਖਿਓ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਭਗਤ ਸਦਨਾ ਸਾਹਿਬ ਜੀ, ਉਹਨਾਂ ਦਾ ਪਿੰਡ ਸੇਹਵਾ ਪਿੰਡ ਦਾ ਨਾਮ ਹੈ। ਸੇਹਵਾਨ ਵੀ ਆਖਿਆ। ਇਹ ਸਿੰਧ ਸੁਣਿਆ ਜੀ, ਜਿਹੜਾ ਮੈਨੂੰ ਸਿੰਧ ਦਾ ਤੇ ਉਦੋਂ ਪਤਾ ਲੱਗਾ, ਪਹਿਲਾਂ ਤੇ ਪੰਜਾਬ ਐਂਡ ਸਿੰਧ ਬੈਂਕ ਦਾ ਹੀ ਨਾਮ ਪਤਾ ਸੀ। ਸਿੰਧ ਵਾਲਾ ਇਲਾਕਾ ਜਿਹੜਾ ਪਾਕਿਸਤਾਨ ਵਿੱਚ, ਸਿੰਧ ਵਾਲਾ ਇਲਾਕਾ ਗੁਜਰਾਤ ਦੇ ਇਲਾਕੇ ਦੇ ਨਾਲ ਮੇਲ ਖਾਂਦਾ ਹੈ, ਪੰਜਾਬ ਦੇ ਨਾਲ ਉਹਦਾ ਸਾਂਝਾ ਤਾਲੁਕਾਤ ਹੈ। ਉਸ ਸਿੰਧ ਦੇ ਇਲਾਕੇ ਚੋਂ ਗੁਰੂ ਨਾਨਕ ਨੂੰ ਮੰਨਣ ਵਾਲਿਆਂ ਨੂੰ ਅਸੀਂ ਸਿੰਧੀ ਲੋਕ ਆਖਦੇ ਹਾਂ। ਉਸ ਇਲਾਕੇ ਦੇ ਵਿੱਚ ਤਕਰੀਬਨ ਭਗਤ ਸਾਹਿਬ ਜੀ ਦੀ ਜਿਹੜੀ ਜੀਵਨ ਦੇ ਆਰੰਭ ਦੀ ਡੇਟ ਹੈ, ਉਹ ਅੱਗੇ ਪਿੱਛੇ ਹੋਈ। ਜਿਨ੍ਹਾਂ ਦਾ ਬਹੁਤ ਜ਼ਿਆਦਾ ਮਤ ਇਸ ਥਾਂ ਤੇ ਟਿਕਿਆ ਕਿ 1180, ਅੱਜ 2023, ਇੰਨਾ ਕੁ ਮੰਨ ਲਓ। ਬਹੁਤੇ ਵਿਦਵਾਨਾਂ ਦੀ ਰਾਏ 1180 ਤੱਕ ਸੀਮਤ ਹੋਈ। ਮੈਂ ਵੀ 1180 ਤੱਕ ਪਹੁੰਚਣ ਦਾ ਯਤਨ ਕੀਤਾ, ਇਹੋ ਲਿਖ ਲਈ। ਭਗਤ ਸਦਨਾ ਜੀ ਘਰ ਦੇ ਵਿੱਚ ਆਏ, ਕੁੱਲੀ ਦੇ ਵਿੱਚ ਪੈਦਾ ਹੋਏ, ਪਰ ਨਹੀਂ ਪਤਾ ਇਸ ਬਾਲਕ ਦਾ ਤੇਜ ਕਿੰਨਾ ਵੱਡਾ ਹੈ। ਇੱਕ ਗੱਲ ਨੂੰ ਯਾਦ ਰੱਖਣਾ ਗੁਰੂ ਕੀ ਸੰਗਤ ਜੀ, ਮੈਂ ਅਕਸਰ ਬੇਨਤੀ ਕਰਦਾ ਹਾਂ, ਕਈ ਤੇ ਜਨਮ ਤੋਂ ਮਹਾਨ ਹੁੰਦੇ ਨੇ, ਕਈ ਕਰਮ ਤੋਂ ਮਹਾਨ ਹੁੰਦੇ ਨੇ। ਜਨਮ ਤੋਂ ਮਹਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਹਰ ਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਇਹ ਜਨਮ ਤੋਂ ਮਹਾਨ ਨੇ। ਪਰ ਬਾਬਾ ਲਹਿਣਾ ਸਾਹਿਬ ਕਰਮ ਤੋਂ ਮਹਾਨ, ਗੁਰੂ ਅਮਰਦਾਸ ਪਾਤਸ਼ਾਹ ਕਰਮ ਤੋਂ ਮਹਾਨ, ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੂੰ ਕਦੇ ਯਤੀਮ ਕਹਿ ਕੇ ਕਿਸੇ ਬਾਹ ਨਹੀਂ ਸੀ ਫੜੀ, ਤੇ ਜਦੋਂ ਉਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਫਿਰ ਮਾਂ ਬਾਪ ਵੀ ਪੂਜੇ ਗਏ। ਗੁਰਬਾਣੀ ਦੀ ਇੱਕ ਪੰਕਤੀ ਹੈ, ਪ੍ਰਗਟੇ ਗੋਪਾਲ ਮਹਾਂਤ ਕਹਿ ਮਾਥੇ। ਇੱਕ ਸਮਾਂ ਆਉਂਦਾ ਜਦੋਂ ਗੋਪਾਲ ਧਰਤੀ ਦਾ ਮਾਲਕ ਮੱਥੇ ਚੋਂ ਪ੍ਰਗਟ ਹੁੰਦਾ, ਮਹਾਤਮਾ ਦੇ ਮੱਥੇ ਚੋਂ ਹੀ ਪ੍ਰਗਟ ਹੁੰਦਾ ਹੈ। ਸਮੇਂ ਦੀ ਉਡੀਕ ਹੈ। ਪਰ ਇਸ
ਸਮੇਂ ਦੀ ਉਡੀਕ ਥੋੜੀ ਜੀ ਲੰਬੀ ਚੱਲੀ। ਸਦਨਾ ਜੀ ਦੇ ਮਾਤਾ ਪਿਤਾ ਵਾਲਾ ਕਰਮ ਉਹਨਾਂ ਨੇ ਅਪਣਾਇਆ ਹੈ। ਜੋ ਕੰਮ ਪਿਤਾ ਜੀ ਕਰਦੇ ਸਨ ਉਹੀ ਪੁੱਤਰ ਕਰ ਲੱਗ ਗਿਆ। ਕਰਦੇ ਕੀ ਨੇ? 4 ਪੰਕਤੀਆਂ ਕੇਵਲ ਅਰਜ਼ ਕਰਨ ਲੱਗਾ ਹਾਂ। ਪਹਿਲੋਂ ਤੁਸਾਂ ਕਬਿੱਤ ਸਰਵਣ ਕੀਤਾ, ਫਿਰ ਬੈਂਤ ਸਰਵਣ ਕੀਤਾ। ਇਸ ਨੂੰ ਕਾਵ ਪਿੰਗਲ ਦੇ ਵਿੱਚ ਜੰਗਲਾ ਆਖਿਆ ਜਾਂਦਾ ਹੈ। ਇਸ ਦੀਆਂ ਕੇਵਲ ਤੇ ਕੇਵਲ ਰੁਬਾਈ ਦੇ ਵਾਂਗ 4 ਤੁਕਾਂ ਹੁੰਦੀਆਂ ਨੇ। ਰੁਬਾਈ ਤੀਸਰੀ ਤੇ ਜਾ ਕੇ ਵਿਸਰਾਮ ਲੈਂਦੀ ਆ, ਪਰ ਇਹ ਚਾਰੇ ਨਿਰੰਤਰ ਚੱਲਦੀਆਂ ਨੇ। ਸੁਣੀਆਂ ਜਰਾ, ਪੌੜੀ ਦੇ ਆਕਾਰ ਵਾਂਗ ਹੁੰਦਾ ਹੈ। ਉਸ ਦੇ ਵਿੱਚ ਮੈਂ ਜ਼ਿਕਰ ਕਰਨ ਦਾ ਯਤਨ ਕੀਤਾ ਹੈ ਕਿ ਭਗਤ ਸਧਨਾ ਜੀ ਦੇ ਮਾਪੇ ਕੀ ਕੰਮ ਕਰਦੇ ਨੇ, ਕੀ ਉਹਨਾਂ ਦਾ ਕਾਰੋਬਾਰ ਹੈ, ਕੀ ਉਹਨਾਂ ਦੀ ਗ੍ਰਾਹਕੀ ਹੈ, ਕਿਵੇਂ ਉਹਨਾਂ ਦਾ ਜੀਵਨ ਬਤੀਤ ਹੁੰਦਾ ਹੈ। ਉਸ ਵਕਤ ਦੀ ਤਸਵੀਰ ਢਾਡੀ ਜੱਥਾ ਬੇਨਤੀ ਐਵੇਂ ਕਰਦਾ ਜੀ। ਵੱਡ ਵੱਡ ਬੱਕਰੇ ਤਰਦੇ, ਪੁੱਤਰ ਨੇਕ ਦੁਕਾਨ ਸੰਭਾਲੀ, ਵੱਡ ਵੱਡ ਬੱਕਰੇ ਤਰਦੇ। ਪੁੱਤਰ ਨੇਕ ਦੁਕਾਨ ਸੰਭਾਲੀ, ਵੱਡ ਵੱਡ ਬੱਕਰੇ ਤਰਦੇ। ਪੁੱਤਰ ਨੇਕ ਦੁਕਾਨ ਸੰਭਾਲੀ, ਵੱਡ ਵੱਡ ਬੱਕਰੇ ਤਰਦੇ। ਨਿਤਰ ਦਰਗਾਹਕ ਵਗਦੇ ਜਾਵਣ, ਤੋਸੀ ਪੂਰਾ ਕਰਦੇ। ਨਿਤਰ ਦਰਗਾਹਕ ਵਗਦੇ ਜਾਵਣ, ਤੋਸੀ ਪੂਰਾ ਕਰਦੇ। ਨਿਤਰ ਦਰਗਾਹਕ ਵਗਦੇ ਜਾਵਣ, ਤੋਲਸੀ ਪੂਰਾ ਕਰਦੇ। ਨਿਤਰ ਦਰਗਾਹਕ ਵਗਦੇ ਜਾਵਣ, ਤੋਲਸੀ ਪੂਰਾ ਕਰਦੇ। ਨਰੋਆ ਮੀਟ ਵੇਖ ਕੇ ਸੋਹਣਾ, ਪਾਰਸਮਣੀ ਨਾ ਜਰਦੇ। 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 ਮੀਟ ਵੇਚਣ ਦਾ ਕੰਮ ਸੀ ਕਰਦੇ ਸਦਨੇ ਦੇ ਜੋ ਕਰਦੇ। ਕਿਵੇਂ? ਮੀਟ ਵੇਚਣ ਦਾ, ਮਾਸ ਵੇਚਣ ਦਾ, ਮੀਟ ਵੇਚਣ ਦਾ ਕੰਮ ਸੀ ਕਰਦੇ ਸਦਨੇ ਦੇ ਜੋ ਕਰਦੇ। ਪੁੱਤਰ ਨੇਕ ਦੁਕਾਨ ਸੰਭਾਲੀ, ਪੁੱਤਰ ਬੜਾ ਨੇਕ ਸੀ, ਉਸਨੇ ਦੁਕਾਨ ਸੰਭਾਲੀ। ਵੱਡ ਵੱਡ ਬੱਕਰੇ ਧਰਦੇ, ਨਿਤ ਨਿਤ ਗ੍ਰਾਹਕ ਵੱਧਦੇ ਜਾਵਣ, ਤੋਲ ਸੀ ਪੂਰਾ ਕਰਦੇ। ਦੁਕਾਨ ਚਲਾਉਣੀ ਸੌਖੀ ਨਹੀਂ। ਜਦੋਂ ਵੇਖਿਆ ਇਸ ਦਾ ਕੰਮ ਚੰਗਾ ਹੈ, ਇਹ ਤੋਲ ਬੋਲ ਪੂਰਾ ਕਰਦਾ, ਇਹਦਾ ਕੋਈ ਬੱਕਰਾ ਬਿਮਾਰ ਨਹੀਂ, ਇਹ ਮੀਟ ਵੇਚਦਾ ਤੇ ਨਰੋਆ ਮੀਟ ਵੇਚਦਾ। ਨਰੋਵਾ ਮੀਟ ਵੇਖ ਕੇ ਸੋਹਣਾ, ਪਾਰਸਮਣੀ ਨਾ ਜਰਦੇ। ਜਿਹੜਾ ਗ੍ਰਾਹਕ ਲੰਘਦਾ ਹੈ, ਜਿਹਨੂੰ ਤੇ ਮੀਟ ਖਾਣ ਦਾ ਸ਼ੌਂਕ ਹੈ, ਦੁਕਾਨ ਕੋਲੋਂ ਲੰਘਦੇ ਹੀ ਲਾਲਾਂ ਸੁੱਟਦਾ ਸੀ, ਕਹਿੰਦਾ ਸਦਨਾ ਜੀ ਮੈਨੂੰ 2-4 ਕਿਲੋ ਦੇ ਹੀ ਦਿਓ ਘਰ ਲੈ ਜਾਣ ਵਾਸਤੇ। ਭਗਤ ਸਦਨਾ ਜੀ ਨੂੰ ਆਪ ਜੀ ਜਾਣਦੇ ਹੋ, ਇਸੇ ਕਰਕੇ ਉਹਨਾਂ ਨੂੰ ਸਦਨਾ ਕਸਾਈ ਵੀ ਕਹਿੰਦੇ ਨੇ। ਦੁਨੀਆ ਕੋਈ ਕਹਿੰਦੀ ਹੈ ਇਸ ਕਰਮ ਦਾ ਕਾਰਨ ਕਰਕੇ, ਆਮ ਕਰਕੇ ਕਹਿੰਦੇ ਹੋ ਕਿ ਬੱਕਰੇ ਨੇ ਮੈਂ ਕਿਹਾ, ਕਸਾਈ ਨੇ ਗਲ ਵੱਢ ਦਿੱਤਾ। ਮੈਂ ਕਰਨ ਵਾਲਾ ਬੱਕਰਾ
ਜਦੋਂ ਕਸਾਈ ਦੇ ਸਾਹਮਣੇ ਹੁੰਦਾ ਤੇ ਕਸਾਈ ਵੱਢ ਕੇ ਸੁੱਟ ਦਿੰਦਾ। ਭਗਤ ਸਧਨਾ ਜੀ ਨੂੰ ਦੁਨੀਆ ਕਸਾਈ ਕਹਿੰਦੀ, ਇਸ ਕੰਮ ਕਰਨ ਵਾਲੇ ਨੂੰ ਕਸਾਈ ਆਖਿਆ ਜਾਂਦਾ ਹੈ। ਪਰ ਮੈਂ ਤੇ ਉਹਨਾਂ ਦਾ ਪੂਜਨਹਾਰਾ ਹਾਂ। ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੇਵਕ, ਉਹਨਾਂ ਨੂੰ ਨਮਸਕਾਰ ਕਰਨ ਵਾਲਾ ਹਾਂ। ਜਿਹੜੇ ਭਗਤ ਹਨ ਮੇਰੇ ਵਾਸਤੇ ਗੁਰੂ ਸਾਹਿਬਾਨ ਤੇ ਭਗਤ ਜੀ ਦੇ ਵਿੱਚ ਕੋਈ ਫਰਕ ਨਹੀਂ। ਭਗਤ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਰਾਬਰ, ਸਾਡੇ ਗੁਰੂ ਸਾਹਿਬਾਨ 10 ਪਾਤਸ਼ਾਹੀਆਂ ਦੀ ਜੋਤ ਵਿੱਚ ਉਹਨਾਂ ਦੀ ਜੋਤ ਹੈ। ਇੱਕ ਵਾਰ ਸਾਰੀ ਸੰਗਤ ਆਖਿਓ ਸਤਨਾਮ ਸ੍ਰੀ ਵਾਹਿਗੁਰੂ। ਭਗਤ ਸਧਨਾ ਸਾਹਿਬ ਜੀ ਦੇ ਪਿਤਾ ਜੀ ਕਸਾਈਆਂ ਦਾ ਕੰਮ ਕਰਦੇ ਨੇ। ਉਹਨਾਂ ਦੀ ਮੀਟ ਦੀ ਦੁਕਾਨ ਹੈ ਤੇ ਮੀਟ ਵੇਚਣਾ ਉਹਨਾਂ ਦਾ ਕਰਮ ਹੈ। ਇਸ ਕਰਮ ਦੇ ਵਿੱਚ ਵੀ ਉਹਨਾਂ ਨੇ ਧਰਮ ਪਾਲਿਆ ਹੈ, ਧਰਮ ਦੀ ਪਾਲਣਾ ਕੀਤੀ ਹੈ। ਇਤਿਹਾਸ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਇਹ ਤੇ ਕਰਮ ਕਸਾਈਆਂ ਦਾ। ਕਈ ਵੇਸ਼ਵਾਵਾਂ ਦਾ ਵੀ ਜੀਵਨ ਇੰਨਾ ਵਧੀਆ ਸੀ, ਉਹਨਾਂ ਨੇ ਆਪਣੇ ਕੰਮ ਨੂੰ ਇੰਨਾ ਕੀ ਇਮਾਨਦਾਰੀ ਦਿੱਤੀ, ਤਾਈਓ ਉਸ ਵੇਸ਼ਵਾ ਗਨਕਾ ਦਾ ਬੇੜਾ ਪਾਰ ਹੋ ਗਿਆ। ਉਸ ਪਿੰਗਲਾ ਨਾਂ ਦੀ ਵੇਸ਼ਵਾ ਦਾ ਬੇੜਾ ਪਾਰ ਹੋ ਗਿਆ, ਕਿਉਂਕਿ ਉਹਨਾਂ ਦੇ ਕਰਮ ਦੇ ਵਿੱਚ ਕਿਤੇ ਨਾ ਕਿਤੇ ਇਮਾਨਦਾਰੀ ਸੀ। ਨਹੀਂ ਤੇ ਵੇਸ਼ਵਾਵਾਂ ਤਾਂ ਦੁਨੀਆ ਵਿੱਚ ਭਰੀਆਂ ਹੋਣਗੀਆਂ ਨਾ। ਜਿਹੇ ਸਿਮਰਤ ਗਨਕਾ ਸੀ ਉਧਰੀ, ਗਨਕਾ ਪਾਪਨ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ, ਪਰ ਉਸ ਨੂੰ ਵੀ ਸਾਧੂ ਦਾ ਸੰਗ ਮਿਲ ਗਿਆ, ਕਿਉਂਕਿ ਕਿਤੇ ਨਾ ਕਿਤੇ ਉਹਦੇ ਜੀਵਨ ਦੇ ਵਿੱਚ ਇਮਾਨਦਾਰੀ ਜ਼ਰੂਰ ਸੀ। ਤੇ ਉਹ ਸਾਧੂ ਨੇ ਤੋਤਾ ਦੇ ਦਿੱਤਾ ਵੀ ਇਹਨੂੰ ਰਾਮ ਨਾਮ ਪੜਾਇਆ ਕਰ, ਤੇਰਾ ਇੰਨੇ ਨਾਲ ਹੀ ਬੇੜਾ ਪਾਰ ਹੋ ਜਾਣਾ। ਔਰ ਗਨਕਾ ਦਾ ਬੇੜਾ ਪਾਰ ਹੋ ਗਿਆ। ਗਨਕਾ ਬੇਸ਼ੱਕ ਪਾਪਣ ਕਹੀ ਗਈ, ਪਰ ਉਹਦਾ ਜਦੋਂ ਬੇੜਾ ਪਾਰ ਹੋ ਗਿਆ, ਅਜਾਮਲ ਪਿੰਗਲਾ ਲੁਬਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਪਹਿਲਾ ਕਰਮ ਕੀ ਹੈ ਇਹ ਕੋਈ ਮਾਇਨੇ ਨਹੀਂ ਰੱਖਦਾ, ਪਰ ਉਸ ਕਰਮ ਦੇ ਅੰਦਰੋਂ ਸੋਝੀ ਪ੍ਰਾਪਤ ਹੋ ਜਾਏ ਫਿਰ ਉਹ ਪੂਜਣ ਯੋਗ ਹੋ ਜਾਂਦਾ ਹੈ। ਭਗਤ ਸਧਨਾ ਜੀ ਕਸਾਈਆਂ ਦਾ ਕੰਮ ਕਰਦੇ ਕਰਦੇ ਮੀਟ ਵੇਚਦੇ ਵੇਚਦੇ ਇੰਨੇ ਉੱਚੇ ਕਿਵੇਂ ਹੋ ਗਏ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦੇਣ, ਅਸੀਂ ਉਹਨਾਂ ਨੂੰ ਮੱਥਾ ਟੇਕੀਏ, ਉਹਨਾਂ ਦੀ ਬਾਣੀ ਪੜ੍ਹੀਏ। ਨਾਮਦੇਵ ਕਬੀਰ ਤਰਲੋਚਨ ਸਧਨਾ ਸੈਣ ਤਰੈ, ਇਹ ਉਹਨਾਂ ਦੀ ਆਪਾਂ ਬਾਣੀ ਪੜ੍ਹਦੇ ਹਾਂ। ਉਹਨਾਂ ਦਾ ਜੀਵਨ ਕਿਵੇਂ ਭਗਤੀ ਵੱਲ ਪ੍ਰੇਰਿਤ ਹੋਇਆ, ਇਹ ਕੱਲ ਦੇ ਤੇ ਪਰਸੋਂ 2 ਦਿਨ ਹੋਰ ਚਾਹੀਦੇ ਨੇ, ਕਿਉਂਕਿ ਸਮਾਂ ਲਗਭਗ 35 ਕੁ ਮਿੰਟ ਆਪਾਂ ਲਾਉਣੇ ਆ। ਇਸ ਕਰਕੇ ਰਿਜ਼ਲਟ ਆਪ ਜੀ ਜੇਕਰ ਸਾਥ ਦਿਓ, ਆਪ ਜੀ ਵੀ ਕਿਰਪਾ ਕਰੋ, ਸਮੇਂ ਸਿਰ ਹਾਜ਼ਰ ਹੋ ਕਰਕੇ ਦਰਸ਼ਨ ਦੀ ਕਿਰਪਾਲਤਾ ਕਰੋ ਤੇ ਫਿਰ ਗੁਰੂ ਕਿਰਪਾ ਕਰੇ, ਆਨੰਦ ਬਖਸ਼ਿਸ਼ ਕਰੇ। ਅੱਜ ਦੇ ਇਤਿਹਾਸ ਦੀ ਇੱਥੇ ਹੀ ਮੈਂ ਇਹਨੂੰ ਸੰਕੋਚਦਾ ਹਾਂ। ਅਗਲੀ ਵਿਆਖਿਆ ਕੱਲ ਦੇ ਦੀਵਾਨ ਵਿੱਚ 7:30 ਵਜੇ ਫਿਰ ਆਰੰਭ ਕਰਨ ਦਾ ਯਤਨ ਕਰਾਂਗੇ। ਬੇਅੰਤ ਭੁੱਲਾਂ ਦੀ ਖੇਮਾ ਆਨੰਦ ਸਾਹਿਬ ਜੀ ਦਾ ਮਿਲ ਕੇ ਜਾਪ ਕਰੀਏ। ਇੱਕ ਵਾਰ ਸਾਰੀ ਸੰਗਤ ਫਿਰ ਆਖਿਓ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।